वाहिगुरु जी का खालसा वाहिगुरु जी की फतेह। आगम बाणी यूट्यूब टीवी चैनल ते सारे सुनने वाले ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ। ਮੇਰੇ ਨਾਲ बहुत ही सत्कारयोग श्रीमान संत बाबा तेजा सिंह जी महाराज बहुत बहुत ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੋ 400 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ, 400 ਸਾਲਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਉਹਦੇ ਸੰਬੰਧ ਵਿੱਚ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਦੇ ਨਾਲ ਆਪਾਂ ਵਿਚਾਰ ਕਰਾਂਗੇ ਕਿ ਗੁਰੂ ਸਾਹਿਬ ਜੀ ਦੀ ਸਾਡੇ ਇਤਿਹਾਸ ਦੇ ਵਿੱਚ, ਗੁਰਬਾਣੀ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸਾਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ, ਦੇਣ ਦਿੱਤੀ ਹੋਈ ਆ, ਉਹਦੇ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਕਿ ਅੱਜ ਅਸੀਂ ਸਾਰਾ ਸਿੱਖ ਜਗਤ ਨੌਵੇਂ ਪਾਤਸ਼ਾਹ ਜੀ ਦਾ ਜਿਹੜਾ 400 ਸਾਲਾ ਸ਼ਤਾਬਦੀ ਮਨਾ ਰਹੇ ਹਾਂ, ਉਹਦੇ ਸੰਬੰਧ ਵਿੱਚ ਸਾਨੂੰ ਇਸ ਗੱਲ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣੇ ਜੀਵਨ ਵਿੱਚ ਅਸੀਂ ਅੰਮ੍ਰਿਤਸਰ ਦਾ 400 ਸਾਲਾ ਵੀ ਦਿਨ ਮਨਾਇਆ, 300 ਸਾਲਾ ਖਾਲਸੇ ਦਾ ਜਨਮ ਦਿਹਾੜਾ ਉਹ ਵੀ ਸ਼ਤਾਬਦੀ ਮਨਾਈ, ਗੁਰੂ ਅੰਗਦ ਦੇਵ ਮਹਾਰਾਜ ਦੀ ਵੀ ਉਹ ਵੀ ਸ਼ਤਾਬਦੀ ਮਨਾਈ, ਔਰ ਅਨੰਦਪੁਰ ਸਾਹਿਬ ਦਾ ਜਿਹੜਾ 350 ਸਾਲਾ ਉਹ ਵੀ ਮਨਾਇਆ, 550 ਸਾਲਾ ਸ਼ਤਾਬਦੀ ਗੁਰੂ ਨਾਨਕ ਦੇਵ ਜੀ ਦੀ ਵੀ ਅਸੀਂ ਮਨਾਈ। ਔਰ ਹੁਣ ਅਸੀਂ ਐਸ ਯਾਨੀ 1 ਮਈ ਤੋਂ ਕਹੋ ਜਾਂ ਉਸ ਤੋਂ ਅੱਗੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਹੈ ਉਹ 400 ਸਾਲਾ ਜਿਹੜੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖ ਜਗਤ ਦੀ 9ਵੇਂ ਗੁਰੂ ਨਾਨਕ, ਜਿਨ੍ਹਾਂ ਨੂੰ 9ਵੇਂ ਗੱਦੀ 'ਤੇ ਬੈਠਣ ਦਾ ਸੁਭਾਗ ਹੋਇਆ, ਉਹਨਾਂ ਦਾ ਜਨਮ 1678 ਸੰਮਤ ਯਾਨੀ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਜੀ ਗੁਰੂ ਕੇ ਬਾਗ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਉਹਨਾਂ ਨੇ ਅਵਤਾਰ ਧਾਰਿਆ। ਔਰ ਬੜੀ ਛੋਟੀ ਉਮਰ ਵਿੱਚ ਉਹਨਾਂ ਦੀ ਜਿਹੜੀ ਬਿਰਤੀ ਸੀ ਉਹ ਵਿਰਕਤ ਬਿਰਤੀ ਸੀ, ਘੱਟ ਬੋਲਣਾ, ਘੱਟ ਖਾਣਾ, ਨਿਵੇਕਲੇ ਬੈਠਣਾ, ਇਕਾਂਤ ਵਿੱਚ ਬੈਠ ਕੇ ਚਿੰਤਨ ਕਰਨਾ, ਐਸਾ ਉਹਨਾਂ ਦੀ ਜਿਹੜੀ ਬਿਰਤੀ ਮੁੱਢ ਤੋਂ ਸੀ। ਪੰਜਾਬੀ ਦੀ ਇੱਕ ਕਹਾਵਤ ਹੈ ਵੀ ਹੁਣ ਹਰ ਬਿਰਬਾ ਕੇ ਚਿਕਨੀ ਚਿਕਨੀ ਪਾਤ। ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਮੁੱਢਲਾ ਜੀਵਨ ਸੀ ਉਹ ਤੋਂ ਸ਼ੁਰੂਆਤ ਜਿਹੜੀ ਹੋਈ ਹੈ ਉਹ ਵਿਰਾਗ ਦੀ ਔਰ ਤਿਆਗ ਦੀ ਔਰ ਸਬਰ ਦੀ, ਸੰਤੋਖ ਦੀ, ਸੁੱਚ ਸੰਜਮ ਦੀ, ਦਇਆ ਧਰਮ ਦੀ, ਇਹ ਜਿਹੜੇ ਨਿਯਮ ਅਖੀਰਲੇ ਜੀਵਨ 'ਚ ਪ੍ਰੌੜ ਅਵਸਥਾ 'ਚ ਆਉਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਉਹ ਪਹਿਲੇ ਜੀਵਨ ਵਿੱਚ ਹੀ ਪਰਿਪੱਕ ਸਨ, ਬਚਪਨ 'ਚ ਹੀ ਸਨ ਜੀ। ਤਾਂ ਮਹਾਰਾਜ ਦੀ ਉਮਰ ਬੜੀ ਛੋਟੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 3 ਜੰਗਾਂ ਲੜੀਆਂ ਜੀ, ਔਰ ਜਦੋਂ ਕਰਤਾਰਪੁਰ ਦੀ ਜੰਗ ਲੜੀ ਹੈ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੋਈ ਉਮਰ 14 ਕੁ ਸਾਲ ਦੀ ਸੀ ਜੀ। ਹਾਂਜੀ। ਔਰ ਵੱਡੀ ਗੱਲ ਇਹਨਾਂ ਦਾ ਜਿਹੜਾ ਪਹਿਲਾ ਨਾਂ ਸੀ, ਮਹਾਰਾਜ ਦੇ 5 ਪੁੱਤਰ ਸੀਗੇ, ਜਿਨ੍ਹਾਂ ਵਿੱਚ ਗੁਰਦਿੱਤਾ ਮਹਾਰਾਜ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਇੱਕ ਉਹਨਾਂ ਦਾ ਹੋਰ ਸੀ, ਇੱਕ ਉਹਨਾਂ ਦੀ ਬੇਟੀ ਸੀ ਬੀਰੋ ਜੀ। ਤਾਂ ਇਸ ਤਰ੍ਹਾਂ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਸਭ ਤੋਂ ਛੋਟੇ ਸੀਗੇ ਜੀ। ਅਤੇ ਜਿਸ ਵੇਲੇ ਕਰਤਾਰਪੁਰ ਦੀ ਜੰਗ ਹੋਈ ਹੈ ਅਤੇ ਉਦੋਂ ਮਹਾਰਾਜ ਦੀ ਉਮਰ ਕੁਝ 14 ਕੁ ਸਾਲ ਸੀ। ਇਹਨਾਂ ਦਾ ਪਹਿਲਾ ਨਾਂ ਤਿਆਗ ਮੱਲ ਸੀ। ਜਦੋਂ ਕਰਤਾਰਪੁਰ ਦੀ ਜੰਗ ਵਿੱਚ ਇੰਨੀ ਛੋਟੀ ਉਮਰ ਵਿੱਚ ਇਹਨਾਂ ਨੇ ਤੇਗ ਜਿਹੜੀ ਆ ਉਹ ਆਪਣੀ ਬਿੱਤ ਤੋਂ ਬਾਹਰੀ ਹੋ ਕੇ ਬਾਹੀ ਜੀ, ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਤਾਂ ਮੇਰਾ ਤੇਗ ਬਹਾਦਰ ਹੈ ਜੀ। ਅਤੇ ਤੇਗ ਉਹਨਾਂ ਦੀ ਤੇਗ ਦੀ ਸ਼ਕਤੀ, ਤੇਗ ਦੇ ਚਲਾਉਣ ਦਾ ਢੰਗ ਔਰ ਦੁਸ਼ਮਣਾਂ ਦਾ ਮੁਕਾਬਲਾ ਤੇਗ ਨਾਲ ਕਰਨ ਤੇ ਕਰਕੇ ਉਹਨਾਂ ਦਾ ਨਾਂ ਹੀ ਤੇਗ ਬਹਾਦਰ ਪੈ ਗਿਆ ਜੀ। ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਤੋਂ ਖੁਸ਼ ਹੋਏ ਜੀ। ਫਿਰ ਮਹਾਰਾਜ ਨੇ ਜਦੋਂ ਸਮਾਂ ਆਇਆ ਅਤੇ ਬੇਬੇ ਨਾਨਕੀ ਨੂੰ, ਅਤੇ ਕਿਉਂਕਿ ਇਹਨਾਂ ਦੀ ਮਾਤਾ ਦਾ ਨਾਮ ਮਾਤਾ ਨਾਨਕੀ ਸੀ ਜੀ, ਮਾਤਾ ਨਾਨਕੀ ਨੂੰ, ਅਤੇ ਇਹਨਾਂ ਨੂੰ ਉਹਨਾਂ ਨੇ ਬਾਬੇ ਬਕਾਲੇ ਭੇਜ ਦਿੱਤਾ ਜੀ। ਕਿਸੇ ਨੇ ਪ੍ਰਸ਼ਨ ਕੀਤਾ ਵੀ ਇਹ ਤੁਹਾਡੇ ਪੁੱਤਰ ਜਿਹੜੇ ਹੈ ਬੜੇ ਲਾਇਕ ਹੈ ਔਰ ਬੜੇ ਹੋਣਹਾਰ ਹੈ, ਇਹਨਾਂ ਦੀ ਬਿਰਤੀ ਜਿਹੜੀ ਹੈ ਉਹ ਬਹੁਤ ਅੱਛੀ ਹੈ, ਅਤੇ ਤੁਸੀਂ ਗੱਦੀ ਜਿਹੜੀ ਹੈ ਇਹ ਹਰ ਰਾਏ ਸਾਹਿਬ ਨੂੰ ਕਿਉਂ ਦੇ ਰਹੇ ਹੋ ਜੀ। ਤਾਂ ਉਹਨਾਂ ਨੇ ਇਹ ਵਚਨ ਕੀਤਾ ਮਹਾਰਾਜ ਨੇ ਵੀ ਅਜੇ ਉਹ ਟਾਈਮ ਨਹੀਂ ਆਇਆ ਜੀ। ਇਸ ਲਈ ਹਰ ਰਾਏ ਸਾਹਿਬ 6ਵੀਂ ਥਾਂ 'ਤੇ ਬੈਠੇ, 7ਵੀਂ 'ਤੇ ਹਰਕ੍ਰਿਸ਼ਨ ਸਾਹਿਬ ਬੈਠੇ ਜੀ। ਅਤੇ ਫਿਰ 7ਵੀਂ ਤੋਂ ਬਾਅਦ ਜਦੋਂ ਉਹ ਸਮਾਂ ਗੁਰੂ
ਹਰਗੋਬਿੰਦ ਸਾਹਿਬ ਮਹਾਰਾਜ ਦੇ ਸੋਚਣ ਅਨੁਸਾਰ ਕਹਿਣ ਅਨੁਸਾਰ ਆਇਆ ਜੀ ਜੀ ਤਾਂ ਫਿਰ 8ਵੀਂ ਪਾਤਸ਼ਾਹੀ ਨੇ ਇਹ ਕਹਿ ਦਿੱਤਾ ਵੀ ਗੁਰੂ ਬਾਬੇ ਬਕਾਲੇ। ਬਾਬੇ ਬਕਾਲੇ। ਹਾਂਜੀ, ਤਾਂ ਬਾਬੇ ਬਕਾਲੇ ਆਉਣ ਕਰਕੇ ਇਹ ਗੱਲ ਤਾਂ ਹੋ ਗਈ, ਪਰ ਮਹਾਰਾਜ ਉਸ ਵੇਲੇ ਭੋਰੇ ਵਿੱਚ, ਕੱਚੇ ਭੋਰੇ ਵਿੱਚ ਲੰਬੇ ਸਮੇਂ ਤੋਂ ਬੈਠ ਕੇ ਤਪੱਸਿਆ ਕਰ ਰਹੇ ਸੀ। ਇਹ ਮਹਾਰਾਜ ਦਾ ਨਾਨਕਾ ਪਿੰਡ ਸੀ ਦਿੱਲਾ ਜੀ। ਤਪੱਸਿਆ ਕਰਦੇ ਸੀ, ਲੰਬਾ ਸਮਾਂ ਤਪੱਸਿਆ ਕਰਦੇ ਰਹੇ। ਜਦੋਂ 8ਵੀਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਬਾਬੇ ਬਕਾਲੇ ਜੀ, ਤਾਂ ਇਹ ਗੱਲ ਸਿੱਖ ਜਗਤ ਵਿੱਚ ਆਈ, ਔਰ ਜਿਤਨੇ ਵੀ ਧੀਰ ਮੱਲੀਏ ਸੀ ਜਾਂ ਉਹ ਕਹਿ ਰਹੀਏ ਸੋਢੀ ਬੰਸਦੇ ਸੀ, ਉਹ ਸਾਰਿਆਂ ਨਾਲ ਕੇ ਮੰਜੀਆਂ ਲਾ ਕੇ ਉੱਥੇ ਬੈਠ ਗਏ। ਆਮ ਕਰਕੇ ਸਾਡੇ ਰਾਗੀ ਢਾਡੀ ਇਹ ਕਹਿੰਦੇ ਜੀ ਉੱਥੇ ਬੜੇ ਸਾਧ ਬੈਠ ਕੇ, ਫਲਾਣੇ ਬੈਠ ਗਏ। ਜੀ ਜੀ, ਪਰ ਉਹ ਧੀਰ ਮੱਲੀਏ ਸੀ। ਹਾਂ, ਮੇਰਾ ਇੱਕ ਲੇਖ ਵੀ ਆਇਆ ਸੀ ਨਿਰਮਲ ਦਰਸ਼ਨ ਤੋਂ ਛਾਪਿਆ ਸੀ। ਜੀ ਜੀ ਭਈ ਦੇਖੋ, ਗੁਰੂ ਨਾਨਕ ਦੇਵ ਜੀ ਸੀਗੇ ਬੇਦੀ ਜੀ, ਗੁਰੂ ਅੰਗਦ ਦੇਵ ਜੀ ਕੇ ਤ੍ਰਿਣ ਖੱਤਰੀ ਜੀ, ਗੁਰੂ ਅਮਰਦਾਸ ਜੀ ਸੀਗੇ ਭੱਲੇ ਖੱਤਰੀ, ਤੇ ਚੌਥੇ ਸੋਢੇ ਖੱਤਰੀ, ਤੇ ਸੋਢੀ ਆਏ ਉੱਥੇ। ਹਾਂਜੀ, ਨਾ ਤ੍ਰਿਣ ਆਏ, ਨਾ ਭੱਲੇ ਆਏ, ਨਾ ਬੇਦੀ ਆਏ, ਕੋਈ ਵੀ ਨਹੀਂ ਆਇਆ ਜੀ। ਤੋ ਇਤਿਹਾਸ ਵੀ ਕਹਿੰਦਾ ਵੀ ਇਹਨਾਂ ਲੋਕਾਂ ਨੇ ਆਣ ਕੇ ਉੱਥੇ ਮੰਜੀਆਂ ਲਾ ਲਈਆਂ। ਮੱਖਣ ਸ਼ਾਹ ਲਵਾਣਾ ਜਿਹੜਾ ਗੁਰੂ ਘਰ ਦਾ ਪ੍ਰੇਮੀ ਸੀ, ਕਹਾਣੀ ਮੁਤਾਬਕ ਉਹਦਾ ਜਹਾਜ਼ ਡੁੱਬ ਰਿਹਾ ਸੀ, ਉਹਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਤੇ ਮਹਾਰਾਜ ਸਤਿ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੁੰਦਿਆਂ ਮੋਢਾ ਲਾ ਕੇ ਉਹਦਾ ਜਹਾਜ਼ ਕੱਢਿਆ। ਐਸੀ ਇੱਕ ਸਿੱਖ ਜਗਤ ਵਿੱਚ ਕਹਾਣੀ ਪ੍ਰਚਲਿਤ ਹੈ। ਜੀ ਜੀ। ਤੋ ਉਹਨੇ ਕਿਹਾ ਜੀ ਮੈਂ ਆਪਣੀ ਕਮਾਈ ਦਾ ਦਸਵੰਧ ਦੇਵਾਂਗਾ। ਫਿਰ ਉਹ ਆਇਆ ਵਪਾਰ ਖਤਮ ਕਰਨ ਤੋਂ ਬਾਅਦ ਅਤੇ ਉਹਨੇ ਆਣ ਕੇ ਬਾਬੇ ਬਕਾਲੇ ਵੇਖਿਆ ਤਾਂ ਉੱਥੇ ਤਾਂ ਬਹੁਤ ਸਾਰੇ ਕਹਿੰਦੇ 22 ਮੰਜੀਆਂ ਲੱਗੀਆਂ ਸੀ। ਜੀ ਜੀ। ਕਿਉਂਕਿ ਉਹ ਵਪਾਰੀ ਆਦਮੀ ਸੀ, ਬੜੀ ਤੇਜ਼ ਬੁੱਧੀ ਵਾਲਾ ਬੰਦਾ ਸੀ। ਉਹਨੇ ਇੱਕ ਤਰੀਕਾ ਸੋਚਿਆ ਵੀ ਸਾਰਿਆਂ ਨੂੰ 2-2 ਮੋਹਰਾਂ ਦੇਣੀਆਂ ਸ਼ੁਰੂ ਕੀਤੀਆਂ। ਉਹਨੇ ਕਿਹਾ ਵੀ ਜਿਹੜਾ ਗੁਰੂ ਨਾਨਕ ਦਾ ਵਾਰਸ ਹੋਏਗਾ, ਮੈਂ ਜਿੰਨੀਆਂ ਸੁੱਖੀਆਂ ਉਹ ਆਪੇ ਮੰਗ ਲਏਗਾ, ਜਿਹਦੇ ਮੂਹਰੇ ਮੈਂ ਅਰਦਾਸ ਕੀਤੀ ਆ ਉਹ ਆਪੇ ਮੰਗੇਗਾ। ਤਾਂ ਸਾਰਿਆਂ ਨੂੰ 2-2 ਦੇਤੀਆਂ, ਪਰ ਕਿਸੇ ਨੇ ਮੰਗਿਆ ਹੀ ਨਹੀਂ ਜੀ। ਇਸ ਵਾਸਤੇ ਉਹ ਬੜਾ ਹਰਾਸ਼ਮੈਂਟ 'ਚ ਹੋਇਆ। ਤਾਂ ਉਹਨੇ ਕਿਹਾ ਵੀ ਹੁਣ ਕੀ ਕਰੀਏ। ਉਹਨੇ ਪੁੱਛਿਆ ਕੋਈ ਇੱਥੇ ਹੋਰ ਵੀ ਹੈਗਾ? ਕਹਿੰਦੇ ਹਾਂ, ਇੱਕ ਉਹ ਕੱਚਾ ਕੋਠਾ ਉਹਦੇ 'ਚ ਤੇਗਾ ਨਾਂ ਦਾ ਇੱਕ ਰਹਿੰਦਾ ਮਸਤ ਫਕੀਰ, ਉਹ ਤਾਂ ਦਰਵਾਜ਼ਾ ਖੋਲ੍ਹਦਾ ਹੀ ਨਹੀਂ। ਕਹਿੰਦੇ ਚਲੋ ਉੱਥੇ ਵੀ ਗਏ, ਜਾ ਕੇ ਦਰਵਾਜ਼ਾ ਖੜਕਾਇਆ ਅਤੇ ਮਹਾਰਾਜ ਨੇ ਨੇਤਰ ਖੋਲ੍ਹੇ ਤਾਂ ਵਰਾਗ ਵਿੱਚ ਸੀਗੇ, ਉਹ ਬੜੀ ਭਗਤੀ ਭਾਵਨਾ 'ਚ ਬੈਠੇ ਹੋਏ ਸੀ। ਅਤੇ ਜਦੋਂ ਉਹਨਾਂ ਨੇ ਉਹਨੂੰ ਦੇਖਿਆ ਤਾਂ ਉਹਨੇ 2 ਮੋਹਰਾਂ ਮੱਥਾ ਟੇਕੀਆਂ, ਅਤੇ ਮਹਾਰਾਜ ਨੇ ਬੜੀ ਕਟਾਕਸ਼ ਭਰੀ ਨਿਗਾਹ ਨਾਲ ਉਹਦੀ ਹੱਲ ਵੇਖਿਆ। ਜੀ। ਵਿਦਵਾਨ ਕਹਿੰਦੇ ਆ ਵੀ 4 ਪ੍ਰਕਾਰ ਦੀਆਂ ਅੱਖਾਂ ਨੇ। ਜੀ। ਜਦੋਂ ਆਦਮੀ ਪੁੱਤਰ ਵੱਲ ਵੇਖਦਾ ਤਾਂ ਉਹਦੀ ਅੱਖ ਸਨੇਹ ਨਾਲ ਭਰੀ ਹੁੰਦੀ ਹੈ। ਜੀ। ਜਦੋਂ ਪਤਨੀ ਵੱਲ ਦੇਖਦਾ ਤਾਂ ਉਹਦੀ ਕਾਮਕ ਬਿਰਤੀ 'ਚ ਹੁੰਦੀ ਹੈ। ਜਦੋਂ ਮਿੱਤਰ ਵੱਲ ਦੇਖਦਾ ਤਾਂ ਫਿਰ ਵੀ ਉਹਦਾ ਬਿਰਤੀ ਹੋਰ ਹੁੰਦੀ ਹੈ। ਪਰ ਜਦੋਂ ਆਮ ਦੁਨੀਆ ਦੇਖਦਾ ਹੋਰ ਤਰ੍ਹਾਂ ਦੇਖਦਾ, ਪਰ ਜਦ ਦੁਸ਼ਮਣ ਦੇਖਦਾ ਤਾਂ ਅੱਖਾਂ ਲਾਲ ਹੋਰ ਹੁੰਦੀਆਂ, ਲਾਲ ਹੋ ਜਾਂਦੀਆਂ। ਤਾਂ ਉਹ ਕਟਾਕਸ਼ ਭਰੀਆਂ ਅੱਖਾਂ ਨਾਲ ਦੇਖਿਆ। ਕਹਿੰਦੇ ਬਈ ਤੂੰ ਵਪਾਰੀ ਹੈ ਔਰ ਤੂੰ ਵਾਅਦਾ ਕਰਕੇ, ਤਾਂ ਤੂੰ ਵਾਅਦਾ ਕਿੰਨੇ ਦਾ ਕੀਤਾ? ਦੇ ਰਿਹਾ 2 ਤੋਂ। ਜੀ। ਜੋ ਗੁਰੂ ਨਾਨਕ ਦੇ ਘਰ ਨਾਲ ਵਾਅਦਾ ਕੀਤਾ ਉਹ ਦੇ। ਬਸ ਉਹਦੀ ਖੁਸ਼ੀ ਦਾ ਕੋਈ ਹੱਦ ਨਾ ਰਹੀ। ਕੋਠੇ 'ਤੇ ਚੜ੍ਹ ਗਿਆ, ਗਲ 'ਚ ਜਿਹੜਾ ਉਹਨੇ ਪਾਇਆ ਸੀ ਚਾਦਰ ਪੱਲੂ ਘੁਮਾਇਆ, ਉਹ ਕਹਿੰਦੇ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਜੀ। ਚਲੋ ਉਸ ਤੋਂ ਬਾਅਦ ਇਹ ਵੀ ਹੋਇਆ ਕਿ ਇਸ ਘਟਨਾ ਤੋਂ ਬਾਅਦ ਧੀਰ ਮਰੀਆਂ ਨੇ ਉਹ ਥਾਂ ਵੀ ਲੁੱਟ ਲਿਆ ਔਰ ਗੁਰੂ ਸਾਹਿਬ 'ਤੇ ਗੋਲੀ ਵਗੈਰਾ ਵੀ ਚਲਾਈ, ਮਤਲਬ ਉਹ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ, ਕੁਛ ਨਹੀਂ ਕਿਹਾ। ਜੀ ਜੀ। ਮਹਾਰਾਜ ਇੱਥੋਂ ਫਿਰ ਛੱਡ ਕੇ ਤਾਂ ਉਹ ਯਾਤਰਾ 'ਤੇ ਚੱਲੇ। ਜੀ। ਯਾਤਰਾ 'ਤੇ ਜਾ ਕੇ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਜਿੱਦਾਂ ਪਟਿਆਲੇ ਗਏ, ਫਿਰ ਅੱਗੇ ਅੰਬ ਸਾਹਿਬ ਗਏ, ਉਹ ਤੋਂ ਗਾਂ ਅੱਗੇ ਤੁਰਦੇ ਤੁਰਦੇ ਉਹ ਬਨਾਰਸ ਦੀ ਧਰਤੀ ਤੱਕ ਗਏ। ਜੀ। ਪਟਨਾ ਸਾਹਿਬ ਗਏ, ਇਲਾਹਾਬਾਦ ਗਏ। ਜੀ। ਮਹਾਰਾਜ ਦਸਮ ਪਾਤਸ਼ਾਹ ਨੇ ਖੁਦ ਲਿਖਿਆ ਭਈ ਇਹ ਵਿਦ ਜਾਤ ਤਰਵੇਣੀ ਭਏ। ਹਾਂਜੀ। ਪੁੰਨ ਦਾਨ ਦਿਨ ਕਰਤ ਬਤਾਏ। ਔਰ ਫਿਰ ਉਹਨਾਂ ਨੇ ਇਹ ਵਚਨ ਕੀਤਾ ਵੀ ਤੇਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਿਆ। ਅੱਜ ਵੀ ਉੱਥੇ ਇੱਕ ਅਈਆਪੁਰ ਮਹੱਲੇ ਵਿੱਚ ਪੱਕੀ ਸੰਗਤ ਨਾਂ ਦੇ ਉੱਤੇ ਗੁਰਦੁਆਰਾ ਆ। ਜੀ ਜੀ। ਜਿਹੜਾ ਨੌਵੀਂ ਪਾਤਸ਼ਾਹ ਜਿੱਥੇ ਜਾ ਕੇ ਉੱਥੇ ਠਹਿਰੇ ਆ। ਜੀ ਜੀ। ਔਰ ਉਹਦੇ ਅੰਦਰ ਇੱਕ ਖੂਹ ਹੈ ਇਲਾਹਾਬਾਦ 'ਚ। ਜੀ। ਕਹਾਣੀ ਇਹ ਦੱਸਦੇ ਨੇ ਭਈ ਮੱਸਿਆ ਦਾ ਦਿਨ ਸੀ, ਬਹੁਤ ਸਾਰੇ ਲੋਕ ਸੰਗਮ ਵਿੱਚ ਇਸ਼ਨਾਨ ਕਰਨ ਜਾ ਰਹੇ ਸੀ। ਜੀ ਜੀ। ਅਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਨੇ ਵਚਨ ਕੀਤਾ, ਬੇਟਾ ਬਹੁਤ ਸਾਰੇ ਲੋਕ ਇਸ਼ਨਾਨ ਕਰਨ ਜਾ ਰਹੇ, ਮੇਰਾ ਵੀ ਚਿੱਤ ਕਰਦਾ ਮੈਂ ਇਸ਼ਨਾਨ ਕਰਨ ਜਾਵਾਂ। ਜੀ ਜੀ। ਮਹਾਰਾਜ ਕਹਿੰਦੇ ਅੱਛਾ। ਮਾਤਾ ਜੀ ਨੂੰ ਖੂਹ ਕੋਲ ਲਿਆਏ ਪਕੜ ਕੇ, ਕਹਿੰਦੇ ਮਾਤਾ ਜੀ ਇਹ ਵੇਖੋ ਖੂਹ ਵਿੱਚੋਂ ਕਹਿੰਦੇ ਇੱਕ ਸੁੰਮ ਪਾਣੀ ਦਾ
ਉੱਪਰ ਤੱਕਰ ਮਨ ਤੱਕਰ ਆ ਗਿਆ, ਪਾਣੀ ਵੀ ਬਾਹਰ ਆ ਗਿਆ। ਜੀ ਜੀ। ਤੇ ਮਹਾਰਾਜ ਕਹਿੰਦੇ ਮਾਤਾ ਜੀ ਗੰਗਾ ਤੇ ਇੱਥੇ ਆ ਗਈ, ਹੁਣ ਸੰਗਮ ਇੱਥੇ ਆ ਗਿਆ, ਹੁਣ ਤੁਸੀਂ ਇਸ਼ਨਾਨ ਕਰੋ ਜੀ। ਮਾਤਾ ਦਾ ਇਸ਼ਨਾਨ ਕਰਾਇਆ। ਜਦੋਂ ਮਾਤਾ ਜੀ ਬੈਠ ਗਏ ਤਾਂ ਉਹਨਾਂ ਨੇ ਬੜੀ ਸਨੇਹ ਭਰੀ ਨਿਗਾਹ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਵੱਲ ਤੱਕਿਆ, ਕਹਿਣ ਲੱਗੀ ਪੁੱਤਰ ਤੇਰੇ ਪਿਤਾ ਸ਼੍ਰੀ ਨੇ ਇੱਕ ਬਚਨ ਕਿਹਾ ਸੀ ਵੀ ਤੂੰ ਇੱਕ ਬੜਾ ਯੋਧਾ ਸ਼ੂਰਵੀਰ ਅਗੰਮੜਾ ਪੁਰਖ ਵੀ ਤੇਰਾ ਪੋਤਰਾ ਹੋਏਗਾ, ਤੂੰ ਖਿਲਾਏਂਗੀ ਜੀ। ਮੇਰੀ ਤਾਂ ਉਮਰ ਜਾ ਰਹੀ ਹੈ, ਮੈਂ ਤਾਂ ਮੇਰਾ ਟਾਈਮ ਥੋੜਾ ਰਹਿ ਗਿਆ ਜੀ। ਤੇ ਮੈਂ ਉਹ ਅਗੰਮੜਾ ਪੁਰਖ, ਉਹ ਯੋਧਾ ਸ਼ੂਰਵੀਰ ਬਹਾਦਰ ਸਰਬੰਸ ਦਾ ਮੈਂ ਕਦੋਂ ਦੇਖੂੰਗੀ। ਤੇ ਮਹਾਰਾਜ ਥੋੜ੍ਹੇ ਜਿਹੇ ਮੁਸਕਰਾਏ, ਕਹਿਣਗੇ ਮਾਤਾ ਸ਼੍ਰੀ ਜੀ ਇਹ ਤੁਹਾਡੀ ਆਸ ਵੀ ਸਤਿਗੁਰੂ ਪੂਰੀ ਕਰਨਗੇ ਜੀ। ਤਾਂ ਸਤਿਗੁਰੂ ਕਹਿੰਦੇ ਤੇਹੀ ਪ੍ਰਕਾਸ਼ ਹੋ ਮਾਰਾ ਪਇਓ। ਤੇ ਫਿਰ ਪਟਨੇ ਸ਼ਹਿਰ ਜਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੀ ਨਾ ਉਹ ਜਨਮ ਹੋਇਆ, ਪ੍ਰਕਾਸ਼ ਹੋਇਆ। ਪ੍ਰਕਾਸ਼ ਹੋਇਆ, ਅਵਤਾਰ ਲਿਆ ਉਹਨਾਂ ਨੇ ਜੀ। ਤਾਂ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਸੀ, ਕਿਉਂਕਿ ਉਸ ਵੇਲੇ ਮਹਾਰਾਜ ਪਟਨੇ ਨਹੀਂ ਸਨ, ਅਸਾਮ ਦੀ ਧਰਤੀ ਤੇ ਗਏ ਸੀ ਜੀ। ਉੱਥੇ ਉਹਨਾਂ ਨੇ ਜਿੱਦਾਂ ਬ੍ਰਹਮਪੁੱਤਰ ਦੇ ਕੰਢੇ ਧੋਬੀ ਧੋਬਣ ਦਾ ਜਿਹੜਾ ਉਹ ਘਾਟ ਦੇ ਉੱਤੇ ਗੁਰਦੁਆਰਾ ਹੈ, ਫਿਰ ਉਹ ਅਸਾਮ ਵਿੱਚ ਗਏ ਜੀ। ਤਾਂ ਇਸ ਤਰ੍ਹਾਂ ਉੱਧਰ ਦੀ ਯਾਤਰਾ ਕਰਕੇ ਉਹ ਵੱਖ-ਵੱਖ ਜ਼ਿਲ੍ਹੇ ਵੱਖ-ਵੱਖ ਥਾਵਾਂ 'ਚ ਜਾ ਕੇ ਢਾਕਾ ਬੰਗਾਲ ਵੀ ਗਏ। ਹਾਂ ਢਾਕਾ ਬੰਗਾਲ ਗਏ ਜੀ। ਫਿਰ ਇੱਧਰ ਉਹਨਾਂ ਨੇ ਜਿੱਥੇ ਆਪਣੇ ਹੈਗਾ ਅਸਾਮ ਵਿੱਚ ਜੀ, ਬਿਹਾਰ ਵਿੱਚ ਜੀ, ਜ਼ਿਲ੍ਹਾ ਕਟਿਆਰ ਡਿਸਟ੍ਰਿਕਟ ਵਿੱਚ ਜੀ, ਵੱਖ-ਵੱਖ ਥਾਵਾਂ 'ਚ ਅਜੇ ਵੀ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਬਣੇ ਹੋਏ ਨੇ। ਜੀ, ਜੀ। ਤੇ ਇਸ ਤਰ੍ਹਾਂ ਮਹਾਰਾਜ ਨੇ ਗੁਰਮਤ ਦਾ ਪ੍ਰਚਾਰ ਵੀ ਕੀਤਾ। ਗੁਰੂ ਨਾਨਕ ਮਹਾਰਾਜ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਯਾਤਰਾਵਾਂ ਜ਼ਿਆਦਾ ਕੀਤੀਆਂ। ਹਾਂ ਪਹਿਲੇ ਗੁਰੂ ਨੇ ਵੀ ਕੀਤੀਆਂ, ਪਰ ਥੋੜ੍ਹੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਹਰਿਦੁਆਰ ਤੱਕ ਜਾਂਦੇ ਰਹੇ, ਉਹ ਜਾਂਦੇ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਵੀ ਉਹ ਕੁਰੂਕਸ਼ੇਤਰ ਆਏ, ਜੀ, ਜੀ, ਜੀ। ਸੰਗਤ ਆਈ, ਫਿਰ ਅੱਗੇ ਗਏ, ਬੜੀਆਂ ਸੰਗਤਾਂ ਇਕੱਠੀਆਂ ਹੋਈਆਂ। ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਗੱਦੀ ਪਾ ਕੇ ਫਿਰ ਉਹ ਹਰਿਦੁਆਰ ਵੀ ਗਏ, ਜੀ। ਬਹੁਤ ਸੰਗਤਾਂ ਆਈਆਂ, ਉਹਨਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਨੇ ਆਨੰਦ ਮਾਣਿਆ। ਤਾਂ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਨੇ ਬਹੁਤੀ ਯਾਤਰਾ ਨਹੀਂ ਕੀਤੀ। ਛੇਵੀਂ ਪਾਤਸ਼ਾਹ ਦੀ ਯਾਤਰਾ ਜਿਹੜੀ ਸੀ ਉਹ ਵੀ ਨੇੜੇ ਰਹੀ। ਜੀ, ਜੀ। ਹਦੋ ਕੀਰਤਪੁਰ ਸਾਹਿਬ ਤੱਕ ਹੀ ਗਏ। ਜੀ। ਤੇ ਨੌਵੀਂ ਪਾਤਸ਼ਾਹ ਦੀ ਜਿਹੜੀ ਯਾਤਰਾ ਸੀ ਉਹ ਬੜੀ ਲੰਬੀ, ਅਸਾਮ ਤੱਕ, ਬਿਹਾਰ ਤੱਕ, ਜੀ, ਜੀ। ਉਹ ਉਹਨਾਂ ਨੇ ਕਾਫੀ ਦੂਰ ਦੂਰ ਤੱਕ ਉਹਨਾਂ ਨੇ ਯਾਤਰਾ ਕੀਤੀ, ਉਹਨਾਂ ਗੁਰਮਤਿ ਦਾ ਪ੍ਰਚਾਰ ਕੀਤਾ। ਜੀ, ਜੀ। ਨੌਵੀਂ ਪਾਤਸ਼ਾਹ ਮਹਾਰਾਜ ਜੀ ਵੀ ਸਿਰਫ ਦੇਹਰਾਦੂਨ ਤੱਕ ਹੀ ਗਏ ਨੇ ਜੀ। ਤੇ ਪਰ ਉਹਨਾਂ ਨੇ ਦੇਹਰਾਦੂਨ ਜਾ ਕੇ ਉੱਥੋਂ ਵਾਪਸ ਮੁੜੇ, ਰਾਮ ਰਾਜ ਨਾਲ ਭੇਟ ਹੋਈ ਦਰਿਆ ਦੇ ਵਿੱਚ। ਜੀ। ਤੇ ਜਿਹੜਾ ਉਹਨਾਂ ਨੇ ਇਹ ਵਚਨ ਕਿਹਾ ਬਈ ਸਬਤ ਸਿੰਘ ਸੋਭਤ ਹੈ ਤਾਂ ਜੀ। ਤੈ ਹਮਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾਰ ਆਦਿ, ਹਾਂਜੀ, ਉਹ ਸਥਾਨ ਦਾ ਜ਼ਿਕਰ ਤਾਂ ਉਹਨਾਂ ਨੇ ਕੀਤਾ ਆ ਬਚਿੱਤਰ ਨਾਟਕ ਵਿੱਚ। ਜੀ। ਪਰ ਇਹ ਉਹ ਉਧਰ ਗਏ ਨਹੀਂ। ਜੀ। ਹਾਂਜੀ, ਬਲਕਿ ਪੰਜਾਬ ਦੀ ਧਰਤੀ ਤੇ ਰਹੇ। ਜੀ। ਫਿਰ ਜਦੋਂ ਇੱਥੇ ਪੌਂਟਾ ਸਾਹਿਬ ਵਸਾਇਆ ਉਹਨਾਂ ਨੇ 17 ਸਾਲ ਦੀ ਉਮਰ 'ਚ ਹੀ, ਫਿਰ ਇਹ ਅਨੰਦਪੁਰ ਸਾਹਿਬ ਆ ਗਏ। ਜੀ। ਅਨੰਦਪੁਰ ਸਾਹਿਬ ਜਦੋਂ ਇਹਨਾਂ ਨੇ ਛੱਡਿਆ, ਫਿਰ ਮਾਲਵੇ ਦੀ ਧਰਤੀ ਤੇ ਹੁੰਦੇ ਹੋਏ ਇਹ ਗਏ ਨੇ ਦਮਦਮਾ ਸਾਹਿਬ। ਜੀ। ਉੱਥੋਂ ਫਿਰ ਇਹ ਮਹਾਰਾਸ਼ਟਰ ਦੀ ਧਰਤੀ ਤੇ ਸੱਚਖੰਡ ਹਜ਼ੂਰ ਸਾਹਿਬ ਪਹੁੰਚ ਗਏ। ਯਾਨੀ ਸਭ ਤੋਂ ਵੱਡਾ ਸਫ਼ਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਹਾਂਜੀ। ਯਾਤਰਾਵਾਂ ਜਿਹਨਾਂ ਨੂੰ ਅਸੀਂ ਚਾਰ ਉਦਾਸੀਆਂ ਕਹਿੰਦੇ ਹਾਂ, ਉਹਨਾਂ ਉਦਾਸੀਆਂ 'ਚ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਉਹ ਤੋਂ ਘੱਟ ਫਿਰ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਅਸਾਮ ਦੀ ਧਰਤੀ, ਬਿਹਾਰ ਦੀ ਧਰਤੀ ਸਾਰੇ 'ਚ ਗਏ। ਔਰ ਤੀਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬੜਾ ਲੰਬਾ ਸਫ਼ਰ ਕੀਤਾ, ਜਿਹੜੇ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਉਸ ਮਾਲਵੇ ਦੇ ਜੰਗਲ ਇਲਾਕੇ ਵਿੱਚੋਂ ਦੀ ਹੁੰਦੇ ਹੋਏ ਫਿਰ ਉਹ ਹਜ਼ੂਰ ਸਾਹਿਬ ਨਾਂਦੇੜ ਤੱਕ, ਹਾਂਜੀ, ਉੱਥੇ ਨੇ ਪ੍ਰਚਾਰ ਕੀਤਾ। ਜੀ, ਜੀ। ਮੈਂ ਬਹੁਤ ਵਾਰ ਸਾਲ 'ਚ 2 ਵਾਰੀ 3 ਵਾਰੀ ਵੀ ਜਾਂਦਾ ਰਿਹਾ। ਕੋਵਿਡ ਨੇ ਸਾਰਾ ਅਸ ਵਿਅਸ ਕਰਦਾ ਕੰਮ। ਜੀ, ਜੀ। ਤੇ ਮੈਂ ਕਈ ਵਾਰ ਇੱਥੇ ਗੋਦਾਵਰੀ ਦੇ ਕੰਢੇ ਬੈਠ ਕੇ ਸੋਚਦਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਡੀ ਦੂਰ ਆਉਣ ਦਾ ਕੋਈ ਪ੍ਰਯੋਜਨ ਤਾਂ ਹੈ ਨਹੀਂ ਸੀ। ਜੀ। ਇੱਧਰ ਸਿੱਖੀ ਵੀ ਨਹੀਂ ਸੀ, ਇੱਧਰ ਕੋਈ ਝਗੜਾ ਨਹੀਂ ਸੀ ਜਿਹਨੂੰ ਨਿਬੇੜਨਾ ਆਏ ਸੀ। ਜੀ, ਜੀ। ਪਰ ਉਹਨਾਂ ਨੇ ਇੱਕ ਸੋਚਿਆ ਵੀ ਇਹ ਜਿਹੜੇ ਪਛੜੇ ਲੋਕ ਹੈ, ਜਿਹੜੇ ਇਹ ਲੋਕ ਆਪਣੇ ਘਰ ਦੀਆਂ ਲੋੜਾਂ ਤੋਂ ਉੱਪਰ ਨਹੀਂ ਉੱਠ ਸਕਦੇ, ਇਹਨਾਂ ਨੂੰ ਕੌਣ ਸਭਤਾ ਦੇ ਗੇਟ 'ਚ ਅੱਗੇ ਲਿਜਾਏਗਾ। ਤਾਂ ਮਹਾਰਾਜ ਉਸ ਧਰਤੀ 'ਤੇ ਗਏ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਹੈ, ਪੰਜਾਬੀ ਹੈ, ਨਵੀਂ ਸਭਤਾ ਨੂੰ, ਨਵੇਂ ਖਾਣ ਪੀਣ ਪਹਿਰਾਨ ਦਾ ਉਹ ਉਧਰ ਉਹਨਾਂ ਨੇ ਪ੍ਰਚਾਰ। ਹਾਂਜੀ, ਹਾਂਜੀ। ਮਤਲਬ ਉਹਨਾਂ ਨੇ ਸੀਮਤ ਨਹੀਂ ਰੱਖਣਾ ਚਾਹਿਆ, ਉਹਨਾਂ ਨੇ ਮਤਲਬ ਸਾਰੇ ਆਲੇ ਦੁਆਲੇ। ਮਤਲਬ ਮੈਂ ਸਨ 77 ਵਿੱਚ ਪਹਿਲੀ ਵਾਰ ਯਾਤਰਾ ਕੀਤੀ, ਜਦੋਂ ਉਹ
ਸੀਗੀ ਸਿੰਗਲ ਪਟੜੀ ਸੀ ਮਨਵਾੜ ਤੋਂ, ਤੇ ਉਧਰ ਕੋਈ ਫਸਲ ਨਹੀਂ ਸੀ, ਲੋਕਾਂ ਦੇ ਕੱਪੜਾ ਵੀ ਨਹੀਂ ਸੀ, ਖਾਣ ਪੀਣ ਵੀ ਨਹੀਂ ਸੀਗਾ, ਤਾਂ ਔਰਤਾਂ ਵੀ ਐਵੇਂ 1.5 ਮੀਟਰ ਦਾ ਕੱਪੜਾ ਹੀ ਸਿਰਫ ਉਹਨਾਂ ਬਲੇਟਿਆ, ਤੇ ਮਤਲਬ ਇੰਨੀ ਗਰੀਬੀ ਸੀ, ਬਹੁਤ ਗਰੀਬੀ ਵਾਲਾ। ਪਰ ਅੱਜ ਤੁਸੀਂ ਜਾ ਕੇ ਮਹਾਰਾਸ਼ਟਰ 'ਚ ਦੇਖੋਗੇ ਤੇ ਸਭ ਤੋਂ ਜ਼ਿਆਦਾ ਮੈਂ ਸਮਝਦਾ ਜਿਹੜੇ ਅਮੀਰੀ ਠਾਠ ਫਸਲ ਉਹ ਮਹਾਰਾਸ਼ਟਰ 'ਚ ਹੋਏ। ਮਹਾਰਾਸ਼ਟਰ 'ਚ, ਔਰ ਇਹ ਗੁਰੂ ਘਰਾਂ ਦੀ ਬਹੁਤ ਵੱਡੀ ਦੇਣ ਵੀ ਹੈ। ਤੇ ਦੂਸਰਾ ਜੀ, ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਦੋਂ ਨੌਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਰੀ ਦੀ ਸਾਰੀ ਬਾਣੀ ਬੈਰਾਗਮਈ ਹੈ। ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਡੇ ਚਾਹੇ ਉਹ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਆ, ਚਾਹੇ ਹੋਰ ਰਾਗਾਂ ਦੇ ਵਿੱਚ ਬਾਣੀ ਹੈ, ਤੇ ਜਦੋਂ ਵੀ ਅਸੀਂ ਉਚਾਰਨ ਕਰਦੇ ਹਾਂ ਤੇ ਸਾਨੂੰ ਇੱਕਦਮ ਕਾਹੇ ਰੇ ਬਨ ਖੋਜਨ ਜਾਈ, ਹਾਂਜੀ, ਤੇ ਬੈਰਾਗ ਸਾਡੇ ਹਿਰਦੇ 'ਚ ਵੀ ਆਉਂਦਾ ਹੈ। ਇਹ ਅਸਲ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਵੀ ਡੀਪਲੀ ਸਟੱਡੀ ਕਰੀਏ ਜੀ, ਤੇ ਵੇਦਾਂਤ ਨੂੰ ਪੜ੍ਹੀਏ ਜੀ, ਤੇ ਐਵੇਂ ਲੱਗਦਾ ਹੈ ਵੀ ਗੁਰਬਾਣੀ ਹੀ ਵੇਦਾਂਤ ਨੂੰ ਐਕਸਪਲੇਨ ਕਰ ਰਹੀ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸਾਰੇ ਵੈਰਾਗਮਈ ਹੈ। ਬਿਲਕੁਲ। ਦੂਸਰੀ ਗੱਲ, ਉਹਨਾਂ ਦੇ ਜਿਹੜੇ ਬਚਨ ਹੈ ਉਹ ਸਾਰੇ ਵੇਦਾਂਤ ਨਾਲ ਬਿਲਕੁਲ ਟੁਕਦੇ ਆ ਜੀ। ਤੀਸਰੀ ਗੱਲ, ਉਹਨਾਂ ਨੇ ਜਿਹੜਾ ਗਿਆਨ ਦਾ ਪਹਿਲਾ ਸਾਧਨ ਹੈ ਨਾ, ਵਿਵੇਕ ਤੇ ਵਿਰਾਗ, ਉਹਨਾਂ ਨੇ ਅਖਤਿਆਰ ਕੀਤਾ ਜੀ। ਤੁਸੀਂ ਵੇਦਾਂਤ ਪੜ੍ਹੋਗੇ ਤੇ 8 ਗਿਆਨ ਦੇ ਸਾਧਨ ਨੇ, ਜਿਹਦੇ 'ਚ ਵਿਵੇਕ, ਵਿਰਾਗ, ਖਟ ਸੰਪਤੀ, ਮੁਮੁਛਤਾ, ਸਰਵਣ, ਮਨਨ, ਨਿਧਿਆਸਨ, ਤੇ ਅਖੀਰ ਦਾ ਹੈਗਾ ਤੋਇ ਪਤ ਤਤ ਪਤ ਕਾ ਵਿਚਾਰ ਹੈ ਜੀ। ਜਿਸ ਆਦਮੀ ਦੇ ਹਿਰਦੇ ਵਿੱਚ ਵਿਰਾਗ ਨਹੀਂ ਪੈਦਾ ਹੁੰਦਾ ਉਹ ਗਿਆਨ ਦੀ ਅਵਸਥਾ ਤੇ ਨਹੀਂ ਪਹੁੰਚ ਸਕਦਾ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ 14-15 ਸਾਲ ਤੋਂ ਬਾਅਦ ਦੀ ਉਮਰ ਦੀ ਜਦੋਂ ਜੰਗਾਂ ਸਾਰੀਆਂ ਲੜ ਲਈਆਂ, ਫਿਰ ਉਹਨਾਂ ਨੇ ਵਿਵੇਕ ਤੇ ਵਿਰਾਗ ਦੇ ਆਸਰੇ ਖੜੇ ਹੋ ਕੇ ਲੰਬਾ ਸਮਾਂ ਤਪੱਸਿਆ ਕੀਤੀ। ਮੈਨੂੰ ਇੱਕ ਹੋਰ ਵੀ ਰਮਾਇਣ ਪੜ੍ਹਦਿਆਂ ਗੱਲ ਯਾਦ ਆਈ ਸੀ ਵੀ ਲਛਮਣ ਜਤੀ 14 ਸਾਲ ਜਿਹੜਾ ਸੀ ਨਾ ਬਨਵਾਸ 'ਚ ਰਿਹਾ, ਤਾਂ ਉਹ ਇੱਕ ਲੱਤ ਪਾਰ ਖੜਾ ਹੋ ਕੇ ਤਪੱਸਿਆ ਕਰਦਾ ਰਿਹਾ, ਬੰਦਗੀ ਕਰਦਾ ਰਿਹਾ। ਉਹਦਾ ਕਾਰਨ ਅੱਗੇ ਜਾ ਕੇ ਸਪਸ਼ਟ ਹੁੰਦਾ ਵੀ ਜਦੋਂ ਮੇਘਨਾਥ ਨੇ ਉਹਦੇ ਬਰਛੀ ਮਾਰੀ ਹੈ, ਉਹ ਅਮੋਘ ਸੀ, ਬਰਛੀ ਨਾਲ ਬੰਦਾ ਮਰਨਾ ਸੀ, ਪਰ ਲਛਮਣ ਮੂਰਛਿਤ ਹੋਇਆ ਜੀ। ਇਹਦਾ ਮਤਲਬ ਲਛਮਣ ਨੇ ਕਮਾਈ ਕੀਤੀ ਹੋਈ ਸੀ, ਉਹਦਾ ਮੁਕਾਬਲਾ ਕਰ ਗਿਆ। ਬਿਲਕੁਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਤਾ ਸੀ ਵੀ ਹਿੰਦੁਸਤਾਨ ਵਿੱਚ ਜ਼ੁਲਮ ਜਿਹੜਾ ਬਹੁਤ ਵੱਧਦਾ ਜਾ ਰਿਹਾ, ਇਸ ਜ਼ੁਲਮ ਦਾ ਟਾਕਰਾ ਕਰਨ ਲਈ ਕੋਈ ਮਹਾਨ ਆਤਮਾ, ਮਹਾਨ ਸ਼ਕਤੀ ਚਾਹੀਦੀ। ਤੇ ਦੋ ਤਰ੍ਹਾਂ ਟਾਕਰਾ ਹੁੰਦਾ ਜੀ, ਇੱਕ ਤਾਂ ਤਲਵਾਰ ਨਾਲ ਹੁੰਦਾ, ਇੱਕ ਵਿਚਾਰ ਨਾਲ ਹੁੰਦਾ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਲਵਾਰ ਤਾਂ ਪਹਿਲਾਂ ਵਰਤ ਲਈ ਸੀ, ਜਿਹਦੇ 'ਚੋਂ ਤਿਆਗਮਲ ਤੋਂ ਤੇਗ ਬਹਾਦਰ ਬਣੇ। ਜੀ, ਜੀ। ਫਿਰ ਉਹਨਾਂ ਨੇ ਜਿਹੜਾ ਏਡੇ ਵੱਡੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਉਹਨਾਂ ਨੇ ਫਿਰ ਤਪੱਸਿਆ, ਬੰਦਗੀ, ਵਿਰਾਗ, ਜੀ, ਇਹ ਉਹਨਾਂ ਨੇ ਆਖਿਆ ਵਾ ਜੀ, ਜੀ। ਯਾਨੀ ਉਹਨਾਂ ਦੀ ਜਿਹੜੀ ਨਿਰਮਲ ਆਤਮਾ ਹੋ ਗਈ। ਉਹਨਾਂ ਦੇਖੋ ਇੱਕ ਬਚਨ ਕਿਹਾ ਗੁਰਬਾਣੀ 'ਚ, ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਜੀ। ਵੇਦਾਂਤ ਹੈ ਸਾਰਾ ਜੀ। ਕਹਿੰਦੇ ਕੈਸੇ ਪੋਪ ਮੱਧ ਫੁੱਲ ਦੇ ਵਿੱਚ ਸੁਗੰਧੀ, ਪੋਪ ਮੱਧ ਜਿਉਂ ਬਾਸ ਬਸ ਹੈ, ਮੁਕਰ ਮਾਹੇ, ਮੁਕਰ ਕਹਿੰਦੇ ਸ਼ੀਸ਼ਾ ਦੇਖਣ, ਲੁਕਿੰਗ ਗਲਾਸ ਜੀ। ਮੁਕਰ ਮਾਹੇ ਜੈਸੇ ਛਾਈ, ਸ਼ੀਸ਼ੇ 'ਚ ਕੁਝ ਨਹੀਂ ਹੈਗਾ, ਤੁਸੀਂ ਆਪਣਾ ਹੱਥ ਕਰੋਗੇ ਹੱਥ ਦਿਖਾ ਦੇਗਾ, ਮੂੰਹ ਕਰੋਗੇ ਮੇਰ, ਜਿਹੜੀ ਚੀਜ਼ ਮੋਰੇ ਸ਼ੀਸ਼ੇ ਕਰੋ ਦਿਖਾ ਦੇਗਾ। ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਾਟੀ ਖੋਜੋ ਭਾਈ। ਬਾਹਰ ਭੀਤਰ ਇੱਕੋ ਜਨ। ਹੁਣ ਉਹਨਾਂ ਨੇ ਵੇਖ ਲਿਆ, ਜਾਣ ਲਿਆ ਸਭ ਕੁਝ। ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਸ਼ਲੋਕ ਵਿੱਚ ਹੋਰ ਕਹਿੰਦੇ ਨੇ, ਸ਼ਬਦ ਵਿੱਚ ਉਹ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਯਾਨੀ ਇਹ ਵੀ ਵੇਦਾਂਤ ਦਾ ਅੰਤ ਹੈ। ਜੀ, ਜੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਤੈਸਾ ਅੰਮ੍ਰਿਤ ਤੈਸੇ ਹੀ ਵਿਖਾਟੇ, ਤੈਸਾ ਮਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਤੇਗ ਬਹਾਦਰ ਨੇ ਇੱਕ ਵਚਨ ਹੋਰ ਕਿਹਾ, ਮਹਾਰਾਜ ਕਹਿੰਦੇ, ਪੈ ਕਾਹੂ ਕੋ ਦੇਤਨੇ ਨਹਿ ਪੈ ਮਾਨਤਾ। ਇਹ ਗੱਲ ਉਹੀ ਬੰਦਾ ਕਹਿ ਸਕਦਾ ਜਿਹਨੇ ਆਪਣੇ ਆਤਮ ਤੱਤਵ ਨੂੰ ਜਾਣ ਲਿਆ, ਬ੍ਰਹਮ ਤੱਤਵ 'ਚ ਜਿਹੜਾ ਸੰਪੰਨ ਹੋ ਗਿਆ। ਜੀ, ਜੀ। ਆਮ ਬੰਦਾ ਨਹੀਂ ਕਹਿ ਸਕਦਾ। ਆਮ ਨਹੀਂ ਕਹਿ ਸਕਦਾ ਜੀ। ਉਹ ਦੇਖੋ ਕੀ ਕਹਿ ਰਹੇ ਨੇ, ਉਹ ਕਹਿੰਦੇ ਨੇ ਕਿ ਭੈ ਕਾਹੂ ਕੋ ਦੇਤਨੇ ਨਹਿ ਪੈ ਮਾਨਤਾ ਆਨ ਜੀ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਏ ਵਖਾਨ। ਜੀ। ਯਾਨੀ ਗਿਆਨਵਾਨ ਪੁਰਸ਼, ਤਤਵ ਵੇਤਾ ਪੁਰਸ਼, ਆਤਮ ਵਿੱਤ, ਆਤਮਾ ਨੂੰ ਜਾਣਨ ਵਾਲਾ ਪੁਰਸ਼ ਉਹੀ ਹੈ
जिन्हें संसार के जोड़े ये भोग पदार्थ त्याग करके तो अपने आप नूं तत्व नाल जोड़ लिया, आत्म तत्व का बोध कर लिया। कोई गुरु तेग बहादुर साहब कहते ने कंचन माटी माने न निंदिया न उसल जाके। ज्ञानवान पुरुष की कोई बेइज्जती करे चाहे उसकी उस्तत करे कोई फर्क नहीं है। न निंदिया न उसल जाके लोभ मोह अभिमाना हर खसोगते रहे न्यारो नाहे मान अपमाना। दुनिया च एक मिसाल कायम की, संसार के लोग जो मौत आती है भजते हैं जी, सिर बचाते हैं, अंदर वड़ते हैं, बड़ा कुछ करते हैं, पर गुरु तेग बहादुर साहब कातल कोल जा रहे हैं। जी जी, आगरे तो जाके आगरे तक सफर किया। जी जी, आगरे तो बाद उन्होंने पकड़ के दिल्ली लिया गया। तो एक मैं समझदा बड़ी बड़ी बेमिसाल कुर्बानी है भी उन्होंने किसी के दर्द लई, उन्होंने कोल तां पंजाब च तां तशद्दद नहीं सीगा, जिहड़ा तशद्दद सी कश्मीर च होया। कश्मीर दी जेह्ड़े पंडित सी हाँ, कश्मीर दे हिंदू तत्व लई उन्होंने क्या कोई महान पुरुष बलिदान देवे, ये हल हो सकता। इसे वास्ते तकरीबन पौने 23 साल गुरु तेग बहादुर साहब वो तपस्या बंदगी च रहे। तो एडी महान आत्मा ने जदों कर दी कुर्बानी दी तो जुल्म की अग जी सी अपने आप ठंडी होनी शुरू हो गई। जिस तरह अज बड़े सारे लोग जो असी वेखते हैं ना जी, ਜਿਹੜਾ मैं महसूस करदा भी नौवें पातशाह महाराज जे ये शहीदी ना दिंदे तो अज का ਜਿਹੜਾ रूप रेखा सी साडे हिंदुस्तान की भारत की कुछ होर होनी सी। ਉਹਨਾਂ ਦੀ शहादत देण दे नाल साडा सारा कुछ बचिया। अज मतलब जे असी सोचीए चाहे हिंदू धर्म आ इस भारत विच जैनी आ, बोधी आ, पारसी आ, ईसाई आ, ये जिन्ने भी धर्म आ जां इस तो होर भी बहुत छोटे छोटे धर्म वाले लोग जिहड़े रहिंदे आ, एक गुरु तेग बहादुर महाराज की किरपा दे सदका नहीं है सारा कुछ। मैं वो कहना, मैं कहना जिन्ने जिन्ने भी धर्म किसी दे हन जी, कोई पारसी है, कोई पादरी है, कोई जैनी है जी, कोई अन्य मत नाल कोई संबंध रखता, जी, मुबारक है उन्होंने सारे मतां नूं। बिल्कुल। पर जदों असी समाज प्रति मनुखता प्रति कोई कंट्रीब्यूशन देखते हैं, देन देखते हैं, तो फिर साडा गुरु तेग बहादुर साहब के चरणों च सिर झुकदा। बिल्कुल। देखो कितनी शांतमयी उन्हों की शहादत है। बिल्कुल। कोई गिला नहीं, कोई शिकवा नहीं, और कातल नूं उन्होंने भेंट किया जो करना करना। जी जी। और उस तो बाद जिहड़ी मुस्लिम मुहम्मदन की जिहड़ी तलवार सी तो सारे दा लड़कदी। जी जी। वो तो सब नूं अकबर ने भी दीने इलाही चलाए हुए सारे मुसलमान बन जान। जी जी। और मुसलमान च एक मैं समझदा एक वड्डी सोच है भी वो कहंदे भी जिहड़ा अल्लाह ताला नूं नहीं मनदा, जिहड़ा कुरान शरीफ ते ईमान नहीं लियाउंदा वो काफर है। काफर है। असी जिहड़ी साडी सोच है जां साडे गुरु घर दे नाल जिहड़े संबंधित लोक उन्हां दी सोच है, असी ये कहने आ भी जिहड़ा किसी तरीके नाल भी परमात्मा नूं मनदा है वो काफर नहीं है। जी। ठीक है, साडा अपना मजहब है, अपना मत है, अपनी साडी सोच है, साडा गुरमत है, असी गुरु ग्रंथ साहब नूं मनदे हां, 10 गुरुओं नूं मनदे हां, असी मानवता दे भले हित सब कुछ करदे। अज तुसीं वेखो जिथे सरकारां फेल हो गईयां उत्थे साडे सिख जगत मोढा ला रिहा। गुरु घर जिन्ने गुरु भी घर है। ते जी जी। आ जिहड़ी लॉकडाउन लगी सी ਉਹਦੇ ਵਿੱਚ भी सिखा ने बड़ा दान बड़ा बड़ा ਵੱਡੀ सेवा की, गुरु घर ने बड़ी सेवा की। सिख हर पद्धर ते मोहरे आए ने। बिल्कुल। मैनूं प्रोफैसर पूਰਨ ਸਿੰਘ ਦੀ ਗੱਲ याद आउंदी है भई पंजाब जिउंदा गुरु दे नाम ते, जिउंदा गुरुआं दे नाम गुरु दे नाम ते। पंजाब दे नौजवान ईन ना मनन किसे दी, जी। मोढे ते डांगा रखदे उलारदे, कहंदे की कहंदे आ ईन ना मनन किसे दी। हाँ जी। सिख ईन नहीं मनदा किसे। बेशक मैं समझदा ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਨੇ ਜ਼ੁਲਮ ਤਾਂ ਕੀਤਾ ਸਾਡੀ ਕੌਮਾਂ 'ਤੇ, ਸਿੱਖਾਂ ਦਾ ਵੀ ਬਹੁਤ ਜ਼ੁਲਮ ਹੋਇਆ, ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਹਜ਼ਾਰਾਂ ਦੀ ਗਿਣਤੀ ਸਿੱਖ ਬੱਚੇ ਨੌਜਵਾਨ ਬੀਬੀਆਂ ਮਾਰੀਆਂ ਗਈਆਂ। ਆ ਦਿੱਲੀ 'ਚ 84 ਦੇ ਦੰਗੇ ਹੋਏ, ਕੀ ਸਾਰੇ ਪੰਜਾਬੀ ਮਾੜੇ ਸੀ? ਪੰਜਾਬੀਆਂ 'ਤੇ ਕਿੰਨਾ ਤਸ਼ੱਦਦ ਹੋਇਆ, ਕਤਲੋਗਾਰ 'ਤੇ 84 ਤੋਂ ਲੈ ਕੇ 16 36 37 ਸਾਲ ਹੋ ਗਏ, ਅੱਜ ਤੱਕ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਹਾਂਜੀ, ਮੇਰਾ ਮਤਲਬ ਸਰਕਾਰਾਂ ਦਬਦੀਆਂ ਨੇ। ਇਹ ਜ਼ਾਲਮ ਸਰਕਾਰ ਹੁਣ ਦੀ ਵੀ ਕੋਈ ਘੱਟ ਨਹੀਂ ਹੈ। जी जी। ਉਹੀ ਜ਼ੁਲਮ ਇਹ ਕਰ ਰਹੇ ਨੇ।
ਇੱਕ ਵਿਦਵਾਨ ਦਾ ਕਥਨ ਹੈ ਵੀ ਰਾਜਮੱਧ, ਰਾਜਹੱਟ, ਬਾਲਹੱਟ, ਤ੍ਰਿਆਹੱਟ, ਜੋਗਹੱਟ ਜੀ ਚਾਰੇ ਹੱਟ ਜਿਹੜੇ ਨਾ ਇਹ ਬੰਦੇ ਨੂੰ ਪਾਗਲ ਕਰਦੇ ਆ। ਹੁਣ ਦੇ ਹੁਕਮਰਾਨ ਵੀ ਪਾਗਲ ਹੀ ਨੇ, ਇਹ ਰਾਜਹੱਟ ਵਿੱਚ ਪਾਗਲ ਨੇ। ਜੀ ਜੀ ਤੁਸੀਂ ਹਿੰਦੁਸਤਾਨ ਦੀ ਹਿਸਟਰੀ ਪੜ੍ਹੋਗੇ ਤਾਂ ਤੁਸੀਂ ਵੇਖੋਗੇ ਜਿੰਨੇ ਅੱਜ ਤੱਕ ਅਹਿਮ ਕਤਲੋਗਾਰਤ ਹੋਈ ਹੈ, ਅਹਿਮ ਜੰਗਾਂ ਹੋਈਆਂ ਨੇ, ਕੁਝ ਵੀ ਹੋਇਆ ਉਹ ਰਾਜਮੱਧ ਦੇ ਨਸ਼ੇ ਵਿੱਚ। ਨਸ਼ੇ 'ਚ ਹਾਂ, ਇਸ ਕਰਕੇ ਹਾਂ ਇਹ ਆਪਾਂ ਗੱਲ ਕਰਾਂਗੇ। ਇਸ ਬਾਰੇ ਵੀ ਇੱਕ ਮੇਰੇ ਮਨ 'ਚ ਵਿਚਾਰ ਆ, ਉਹਦੇ 'ਤੇ ਵੀ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ। ਜਿੱਦਾਂ ਅੱਜ ਦਾ ਜਿਹੜਾ ਆਪਾਂ ਇਹ ਐਪੀਸੋਡ ਸੀਗਾ, ਇਹ ਸਾਰੇ ਦਾ ਸਾਰਾ ਨੌਵੇਂ ਗੁਰੂ ਪਾਤਸ਼ਾਹ ਤੇਗ ਬਹਾਦਰ ਮਹਾਰਾਜ 'ਤੇ ਸੀ ਜੀ। ਵੀ ਬੜੀ ਵੱਡੀ ਉਹਨਾਂ ਦੀ ਦੇਣ ਹੈ ਸਾਡੇ ਪੂਰੇ ਭਾਰਤ ਦੀ ਧਰਤੀ ਵਾਸਤੇ, ਸਾਡੇ ਲੋਕਾਂ ਮਨੁੱਖਤਾ ਵਾਸਤੇ, ਲਈ, ਪੂਰੀ ਇਨਸਾਨੀਅਤ ਲਈ ਉਹਨਾਂ ਦੀ ਇਨਸਾਨੀਅਤ ਲਈ ਬੜੀ ਵੱਡੀ ਦੇਣ ਹੈ। ਅਤੇ ਅਸੀਂ ਉਹਨਾਂ ਦਾ ਇਹ ਜੋ 400 ਸਾਲਾ ਮਨਾ ਰਹੇ ਹਾਂ, ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਅਤੇ ਸਾਰੀਆਂ ਸੰਗਤਾਂ ਨੂੰ ਇਸ ਦੀ ਮੁਬਾਰਕ। ਅਤੇ ਇਹ ਆਪਣੇ ਮਨਾਂ ਦੇ ਵਿੱਚ ਅਸੀਂ ਸੋਚੀਏ ਕਿ ਸਾਡੇ ਵਾਸਤੇ ਉਹਨਾਂ ਦੀ ਬੜੀ ਵੱਡੀ ਦੇਣ ਹੈ, ਇਕੱਲੀ ਸਿੱਖ ਕੌਮ ਲਈ ਨਹੀਂ, ਪੂਰੇ ਭਾਰਤ ਵਾਸਤੇ। ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ 31 ਦਸੰਬਰ ਤੱਕ ਮਨਾਇਆ ਜਾ ਰਿਹਾ। ਹੁਣ ਸਾਨੂੰ ਪਤਾ ਹੈ ਕਿ ਸਾਡੇ ਮੁਲਕ ਦੇ ਜਿਹੜੇ ਹਾਲਾਤ ਨੇ ਉਹ ਬਾਹਲੇ ਸੁਖਾਵੇਂ ਨਹੀਂ ਹੈ, ਉਹਦੇ ਕਰਕੇ ਅਸੀਂ ਉਹਨਾਂ ਦਾ ਜਿਸ ਪੱਧਰ 'ਤੇ ਪ੍ਰਕਾਸ਼ ਦਿਹਾੜਾ ਮਨਾਉਣਾ ਸੀ ਉਹ ਅਸੀਂ ਨਹੀਂ ਮਨਾ ਰਹੇ। ਜਦੋਂ ਵੀ ਹਾਲਾਤ ਸੁਖਾਵੇਂ ਹੁੰਦੇ ਆ, ਸਾਰੇ ਅਸਥਾਨਾਂ ਦੇ ਉੱਤੇ ਮਹਾਰਾਜ ਦਾ ਜਿਹੜਾ ਇਹ ਦਿਹਾੜਾ ਮਨਾਇਆ ਜਾਵੇਗਾ। ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਦੀ ਬਾਣੀ 'ਚੋਂ, ਉਹਨਾਂ ਦੀ ਜਿਹੜੀ ਸਾਨੂੰ ਇਤਿਹਾਸ ਦੇ ਵਿੱਚ ਦੇਣ ਹੈ, ਸਾਡੇ ਪੂਰੀ ਮਨੁੱਖਤਾ ਲਈ ਦੇਣ ਹੈ, ਉਹ ਸਾਡੇ ਹਿਰਦਿਆਂ ਦੇ ਵਿੱਚ ਘਰ ਕਰੇ। ਔਰ ਸਾਨੂੰ, ਅਸੀਂ ਸਾਰੇ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਜਦਾ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਮਹਾਰਾਜ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।